ਓਮ ਸ਼ਾਂਤੀ। ਅੱਜ ਸੁਣਦੇ ਹਾਂ 29 ਅਪ੍ਰੈਲ ਦੇ ਬਾਬਾ ਦੇ ਸਾਕਾਰ ਮਹਾਵਾਕ। ਬਾਬਾ ਬੋਲੇ, ਮਿੱਠੇ ਬੱਚੇ ਜੀ ਬਾਬਾ, ਪਾਵਨ ਬਣੋਗੇ ਤਾਂ ਰੂਹਾਨੀ ਸੇਵਾ ਦੇ ਲਾਇਕ ਬਣੋਗੇ। ਦੇਹੀ ਅਭਿਮਾਨੀ ਬੱਚੇ ਰੂਹਾਨੀ ਯਾਤਰਾ ਤੇ ਰਹਿਣਗੇ, ਦੂਜਿਆਂ ਨੂੰ ਵੀ ਇਹੀ ਯਾਤਰਾ ਕਰਾਉਣਗੇ। ਪ੍ਰਸ਼ਨ ਹੈ, ਸੰਗਮ ਤੇ ਤੁਸੀਂ ਬੱਚੇ ਜੋ ਕਮਾਈ ਕਰਦੇ ਹੋ, ਇਹੀ ਸੱਚੀ ਕਮਾਈ ਹੈ ਕਿਵੇਂ? ਉੱਤਰ, ਹੁੰਦੀ ਜੋ ਕਮਾਈ ਹੈ ਉਹ 21 ਜਨਮਾਂ ਤੱਕ ਚਲਦੀ ਹੈ। ਐਸਾ ਕਦੇ ਵੀ ਦਿਵਾਲਾ ਨਹੀਂ ਨਿਕਲਦਾ। ਗਿਆਨ ਸੁਣਨਾ ਤੇ ਸੁਣਾਣਾ, ਯਾਦ ਕਰਨਾ ਤੇ ਕਰਾਣਾ, ਇਹ ਹੈ ਸੱਚੀ ਸੱਚੀ ਕਮਾਈ ਜੋ ਸੱਚਾ ਸੱਚਾ ਬਾਪ ਤੁਹਾਨੂੰ ਸਿਖਾਉਂਦਾ ਹੈ। ਇਸ ਤਰ੍ਹਾਂ ਦੀ ਕਮਾਈ ਕਲਪ ਵਿੱਚ ਹੋਰ ਕੋਈ ਕਰਾ ਨਾ ਸਕੇ। ਦੂਜੀ ਕੋਈ ਕਮਾਈ ਨਾਲ ਨਹੀਂ ਚਲਦੀ। ਗੀਤ ਹੈ, ਹਮੇ ਉਨ ਰਾਹੋਂ ਪਰ ਚਲਣਾ ਹੈ। ਓਮ ਸ਼ਾਂਤੀ। ਭਗਤੀ ਮਾਰਗ ਵਿੱਚ ਬੱਚਿਆਂ ਨੇ ਬਹੁਤ ਠੋਕਰਾਂ ਖਾਧੀਆਂ ਹੋਈਆਂ ਨੇ। ਭਗਤੀ ਮਾਰਗ ਵਿੱਚ ਬਹੁਤ ਹੀ ਭਾਵਨਾ ਨਾਲ ਯਾਤਰਾ ਕਰਨ ਜਾਂਦੇ ਨੇ। ਰਾਮਾਇਣ ਆਦਿ ਸੁਣਦੇ ਨੇ, ਐਵੇਂ ਪ੍ਰੇਮ ਨਾਲ ਬੈਠ ਕਹਾਣੀਆਂ ਸੁਣਦੇ ਨੇ ਜੋ ਰੋਣਾ ਵੀ ਆ ਜਾਂਦਾ ਹੈ। ਸਾਡੇ ਭਗਵਾਨ ਦੀ ਸੀਤਾ ਭਗਵਤੀ ਨੂੰ ਰਾਵਣ ਡਾਕੂ ਲੈ ਗਿਆ, ਫਿਰ ਸੁਣਨ ਸਮੇਂ ਬੈਠ ਕੇ ਰੋਂਦੇ ਨੇ। ਇਹ ਸਭ ਨੇ ਦੰਤ ਕਥਾਵਾਂ ਜਿਸ ਨਾਲ ਫਾਇਦਾ ਕੁਝ ਵੀ ਨਹੀਂ। ਪੁਕਾਰਦੇ ਨੇ, ਹੇ ਪਤਿਤ ਪਾਵਨ ਆਓ, ਆ ਕੇ ਸਾਨੂੰ ਦੁਖੀ ਆਤਮਾਵਾਂ ਨੂੰ ਸੁਖੀ ਬਣਾਓ। ਇਹ ਨਹੀਂ ਸਮਝਦੇ ਕਿ ਆਤਮਾ ਦੁਖੀ ਹੁੰਦੀ ਹੈ, ਕਿਉਂਕਿ ਉਹ ਤਾਂ ਆਤਮਾ ਨੂੰ ਨਿਰਲੇਪ ਕਹਿ ਦਿੰਦੇ ਨੇ। ਸਮਝਦੇ ਨੇ ਆਤਮਾ ਦੁੱਖ ਸੁੱਖ ਤੋਂ ਨਿਆਰੀ ਹੈ। ਇਹ ਕਿਉਂ ਕਹਿੰਦੇ ਨੇ? ਕਿਉਂਕਿ ਸਮਝਦੇ ਨੇ ਪਰਮਾਤਮਾ ਵੀ ਸੁੱਖ ਦੁੱਖ ਤੋਂ ਨਿਆਰਾ ਹੈ, ਤਾਂ ਬੱਚੇ ਵੀ ਸੁੱਖ ਦੁੱਖ ਵਿੱਚ ਕਿਵੇਂ ਆਣਗੇ? ਇਹਨਾਂ ਸਾਰੀਆਂ ਗੱਲਾਂ ਨੂੰ ਹੁਣ ਤੁਸੀਂ ਬੱਚਿਆਂ ਨੇ ਸਮਝਿਆ ਹੈ। ਇਸ ਗਿਆਨ ਮਾਰਗ ਵਿੱਚ ਕਦੇ ਗ੍ਰਹਿਚਾਰੀ ਬੈਠਦੀ ਹੈ, ਕਦੇ ਕੁਝ ਹੁੰਦਾ ਹੈ। ਕਦੇ ਪ੍ਰਫੁੱਲਿਤ ਰਹਿੰਦੇ ਹੋ, ਕਦੇ ਮੁਰਝਾਇਆ ਹੋਇਆ ਚਿਹਰਾ ਹੁੰਦਾ ਹੈ। ਇਹ ਹੁੰਦੀ ਹੈ ਮਾਇਆ ਨਾਲ ਲੜਾਈ। ਮਾਇਆ ਤੇ ਜੀਤ ਪਾਣੀ ਹੈ। ਜਦੋਂ ਬੇਹੋਸ਼ ਹੁੰਦੇ ਨੇ ਉਦੋਂ ਸੰਜੀਵਨੀ ਬੂਟੀ ਦਿੱਤੀ ਜਾਂਦੀ ਹੈ। ਮਨ ਮਨਾਭਵ। ਭਗਤੀ ਮਾਰਗ ਵਿੱਚ ਚੈ ਚਟਾ ਬਹੁਤ ਹੈ। ਦੇਵਤਾਵਾਂ ਦੀਆਂ ਮੂਰਤੀਆਂ ਨੂੰ ਕਿੰਨਾ ਸ਼ਿੰਗਾਰਦੇ ਨੇ, ਸੱਚੇ ਜੇਵਰ ਪਵਾਉਂਦੇ ਨੇ। ਉਹ ਜੇਵਰ ਤਾਂ ਠਾਕੁਰ ਜੀ ਦੀ ਪ੍ਰਾਪਰਟੀ ਹੋਈ। ਠਾਕੁਰ ਦੀ ਪ੍ਰਾਪਰਟੀ ਸੋ ਪੁਜਾਰੀ ਦੀ ਜਾਂ ਟਰਸਟੀ ਦੀ ਹੋ ਜਾਂਦੀ ਹੈ। ਤੁਸੀਂ ਬੱਚੇ ਜਾਣਦੇ ਹੋ ਕਿ ਅਸੀਂ ਚੇਤਨ ਵਿੱਚ ਬਹੁਤ ਹੀਰੇ ਜਵਾਹਰਾਂ ਨਾਲ ਸਜੇ ਹੋਏ ਸੀ। ਫਿਰ ਜਦੋਂ ਪੁਜਾਰੀ ਬਣਦੇ ਹਾਂ ਤਾਂ ਵੀ ਬਹੁਤ ਜੇਵਰ ਪਾਉਂਦੇ ਹਾਂ। ਹੁਣ ਕੁਝ ਵੀ ਨਹੀਂ ਹੈ। ਚੇਤਨ ਰੂਪ ਵਿੱਚ ਪਹਿਨ, ਫਿਰ ਜੜ ਰੂਪ ਵਿੱਚ ਵੀ ਪਹਿਨਾਂਗੇ। ਹੁਣ ਨੋ ਜੇਵਰ, ਬਿਲਕੁਲ ਸਧਾਰਨ ਹਾਂ। ਬਾਪ ਕਹਿੰਦੇ ਨੇ, ਮੈਂ ਸਾਧਾਰਨ ਤਨ ਵਿੱਚ ਆਉਂਦਾ ਹਾਂ। ਕਿਸੇ ਰਜਾਈ ਆਦਿ ਠਾਠ ਬਾਠ ਦੀ ਗੱਲ ਨਹੀਂ। ਸੰਨਿਆਸੀਆਂ ਦੇ ਤਾਂ ਬੜੇ ਠਾਠ ਬਾਠ ਹੁੰਦੇ ਨੇ। ਹੁਣ ਤੁਸੀਂ ਸਮਝ ਗਏ ਹੋ ਬਰੋਬਰ। ਸਤਜੁਗ ਵਿੱਚ ਕਿਵੇਂ ਅਸੀਂ ਆਤਮਾਵਾਂ ਪਵਿੱਤਰ ਸੀ, ਸਾਡੇ ਸਰੀਰ ਵੀ ਪਵਿੱਤਰ ਸੀ। ਉਹਨਾਂ ਦਾ ਸ਼ਿੰਗਾਰ ਬਹੁਤ ਵਧੀਆ ਰਹਿੰਦਾ ਸੀ। ਕਈ ਖੂਬਸੂਰਤ ਹੁੰਦੇ ਨੇ, ਉਹਨਾਂ ਨੂੰ ਸ਼ਿੰਗਾਰ ਦਾ ਬੜਾ ਸ਼ੌਕ ਰਹਿੰਦਾ ਹੈ। ਤੁਸੀਂ ਵੀ ਖੂਬਸੂਰਤ ਸੀ ਤਾਂ ਬੜੇ ਚੰਗੇ ਚੰਗੇ ਜੇਵਰ ਪਾਉਂਦੇ ਸੀ। ਹੀਰਿਆਂ ਦੇ ਵੱਡੇ ਵੱਡੇ ਹਾਰ ਆਦਿ ਪਾਉਂਦੇ ਸੀ। ਇੱਥੇ ਹਰ ਚੀਜ਼ ਸਾਂਵਰੀ ਹੈ। ਵੇਖੋ, ਗਾਵਾਂ ਵੀ ਸਾਂਵਰੀਆਂ ਹੁੰਦੀਆਂ ਗਈਆਂ। ਬਾਬਾ ਜਦੋਂ ਸ਼੍ਰੀਨਾਥ ਦੁਆਰੇ ਗਿਆ ਸੀ, ਬਹੁਤ ਵਧੀਆ ਗਊਆਂ ਸੀ। ਕ੍ਰਿਸ਼ਨ ਦੀ ਗਊ ਬਹੁਤ ਵਧੀਆ ਵਿਖਾਉਂਦੇ ਨੇ। ਇੱਥੇ ਤਾਂ ਵੇਖੋ, ਕੋਈ ਕਿਵੇਂ ਕੋਈ ਕਿਵੇਂ, ਕਿਉਂਕਿ ਕਲਯੁਗ ਹੈ ਨਾ। ਅਜਿਹੀਆਂ ਗਊਆਂ ਉੱਥੇ ਨਹੀਂ ਹੁੰਦੀਆਂ। ਤੁਸੀਂ ਬੱਚੇ ਵਿਸ਼ਵ ਦੇ ਮਾਲਿਕ ਬੰਦੇ ਹੋ। ਤੁਹਾਡੀ ਸਜਾਵਟ ਵੀ ਉੱਥੇ ਅਜਿਹੀ ਸੁੰਦਰ ਹੁੰਦੀ ਹੈ। ਵਿਚਾਰ ਕਰੋ, ਗਊਆਂ ਤਾਂ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਨਾ। ਉੱਥੋਂ ਦੀਆਂ ਗਊਆਂ ਦਾ ਗੋਬਰ ਵੀ ਕਿਵੇਂ ਹੁੰਦਾ ਹੋਏਗਾ? ਕਿੰਨੀ ਤਾਕਤ ਹੋਵੇਗੀ। ਜ਼ਮੀਨ ਨੂੰ ਖਾਦ ਚਾਹੀਦੀ ਹੈ ਨਾ, ਖਾਦ ਪਾਈ ਜਾਂਦੀ ਹੈ ਤਾਂ ਕਿ ਚੰਗਾ ਅਨਾਜ ਪੈਦਾ ਹੋਵੇ। ਉੱਥੇ ਸਭ ਚੀਜ਼ਾਂ ਚੰਗੀਆਂ ਤਾਕਤ ਵਾਲੀਆਂ ਹੁੰਦੀਆਂ ਨੇ। ਇੱਥੇ ਤਾਂ ਕਿਸੇ ਚੀਜ਼ ਵਿੱਚ ਤਾਕਤ ਹੀ ਨਹੀਂ ਹੈ। ਹਰ ਇੱਕ ਚੀਜ਼ ਬਿਲਕੁਲ ਹੀ ਪਾਵਰਲੈਸ ਹੋ ਗਈ ਹੈ। ਬੱਚੀਆਂ ਸੁੱਖਾ ਵਤਨ ਵਿੱਚ ਜਾਂਦੀਆਂ ਨੇ, ਕਿੰਨੇ ਚੰਗੇ ਚੰਗੇ ਵੱਡੇ ਵੱਡੇ ਫਲ ਖਾਂਦੀਆਂ ਨੇ, ਸੂਬੀ ਰਸ ਆਦਿ ਪੀਂਦੀਆਂ ਨੇ, ਸਭ ਸਾਖਸ਼ਾਤਕਾਰ ਕਰਾਉਂਦੇ ਨੇ। ਮਾਲੀ ਉੱਥੇ ਕਿਵੇਂ ਫਲ ਆਦਿ ਕੱਟ ਕੇ ਦਿੰਦੇ ਸੀ। ਸੁੱਖਾ ਵਤਨ ਵਿੱਚ ਫਲ ਆਦਿ ਹੋ ਨਹੀਂ ਸਕਦੇ। ਇਹ ਸਿਰਫ ਸਾਖਸ਼ਾਤਕਾਰ ਹੁੰਦਾ ਹੈ। ਵੈਕੁੰਠ ਤਾਂ ਫਿਰ ਇੱਥੇ ਹੀ ਹੋਵੇਗਾ ਨਾ। ਮਨੁੱਖ ਸਮਝਦੇ ਨੇ ਵੈਕੁੰਠ ਕੋਈ ਉੱਪਰ ਵਿੱਚ ਹੈ। ਵੈਕੁੰਠ ਨਾ ਸੁੱਖਾ ਵਤਨ ਵਿੱਚ ਨਾ ਮੂਲ ਵਤਨ ਵਿੱਚ ਹੁੰਦਾ ਹੈ, ਇੱਥੇ ਹੀ ਹੁੰਦਾ ਹੈ। ਇੱਥੇ ਜੋ ਬੱਚੀਆਂ ਸਾਖਸ਼ਾਤਕਾਰ ਕਰਦੀਆਂ ਨੇ
ਉਹ ਫਿਰ ਇਹਨਾਂ ਅੱਖਾਂ ਨਾਲ ਵੇਖੋਗੇ ਜਿਵੇਂ ਦੀ ਪੋਜੀਸ਼ਨ ਉਵੇਂ ਦੀ ਸਮੱਗਰੀ ਰਹਿੰਦੀ ਹੈ। ਰਾਜਾਵਾਂ ਦੇ ਮਹਿਲ ਵੇਖੋ ਕਿੰਨੇ ਵਧੀਆ ਵਧੀਆ ਹੁੰਦੇ ਨੇ। ਜੈਪੁਰ ਵਿੱਚ ਬਹੁਤ ਵਧੀਆ ਵਧੀਆ ਮਹਿਲ ਬਣੇ ਹੋਏ ਨੇ। ਸਿਰਫ ਮਹਿਲ ਵੇਖਣ ਲਈ ਹੀ ਮਨੁੱਖ ਜਾਂਦੇ ਨੇ, ਤਾਂ ਵੀ ਟਿਕਟ ਲੱਗਦੀ ਹੈ। ਖਾਸ ਉਹ ਮਹਿਲ ਵੇਖਣ ਲਈ ਹੀ ਰੱਖੇ ਹੋਏ ਨੇ, ਖੁਦ ਫਿਰ ਹੋਰ ਮਹਿਲਾਂ ਵਿੱਚ ਰਹਿੰਦੇ ਨੇ। ਹੁਣ ਵੀ ਕਲਯੁਗ ਵਿੱਚ ਇਹ ਹੈ ਪਤਿਤ ਦੁਨੀਆ। ਕੋਈ ਆਪਣੇ ਆਪ ਨੂੰ ਪਤਿਤ ਸਮਝਦੇ ਥੋੜੀ ਨਾ ਨੇ। ਤੁਸੀਂ ਸਮਝਦੇ ਹੋ ਅਸੀਂ ਤਾਂ ਪਤਿਤ ਹਾਂ, ਕਿਸੇ ਕੰਮ ਤੇ ਨਹੀਂ ਸੀ, ਫਿਰ ਅਸੀਂ ਗੋਰਾ ਬਣਾਂਗੇ, ਉਹ ਦੁਨੀਆ ਫਸਟ ਕਲਾਸ ਹੋਵੇਗੀ। ਇੱਥੇ ਭਾਵੇਂ ਅਮਰੀਕਾ ਆਦਿ ਵਿੱਚ ਫਸਟ ਕਲਾਸ ਮਹਿਲ ਨੇ, ਪਰ ਉੱਥੋਂ ਦੇ ਮੁਕਾਬਲੇ ਕੁਝ ਵੀ ਨਹੀਂ, ਕਿਉਂਕਿ ਇਹ ਤਾਂ ਅਲਪ ਕਾਲ ਦੇ ਸੁੱਖ ਦੇਣ ਵਾਲੇ ਨੇ। ਉਹ ਫਸਟ ਕਲਾਸ ਮਹਿਲ ਹੁੰਦੇ ਨੇ, ਫਸਟ ਕਲਾਸ ਗਊਆਂ ਹੁੰਦੀਆਂ ਨੇ, ਉੱਥੇ ਗਵਾਲੇ ਵੀ ਹੁੰਦੇ ਨੇ। ਸ਼੍ਰੀ ਕ੍ਰਿਸ਼ਨ ਨੂੰ ਵੀ ਗਵਾਲਾ ਕਹਿੰਦੇ ਨੇ ਨਾ। ਇੱਥੇ ਜੋ ਗਊਆਂ ਨੂੰ ਸੰਭਾਲਣ ਵਾਲੇ ਹੁੰਦੇ ਨੇ ਉਹ ਕਹਿੰਦੇ ਨੇ ਅਸੀਂ ਗੁੱਜਰ ਹਾਂ, ਕ੍ਰਿਸ਼ਨ ਦੀ ਵੰਸ਼ਾਵਲੀ ਹਾਂ। ਅਸਲ ਵਿੱਚ ਉਹਨਾਂ ਨੂੰ ਕ੍ਰਿਸ਼ਨ ਦੀ ਵੰਸ਼ਾਵਲੀ ਨਹੀਂ ਕਹਾਂਗੇ, ਕ੍ਰਿਸ਼ਨ ਦੀ ਰਾਜਧਾਨੀ ਦੇ ਕਹਾਂਗੇ। ਸਾਹੂਕਾਰਾਂ ਦੇ ਕੋਲ ਗਊਆਂ ਹੋਣਗੀਆਂ ਤਾਂ ਗੁੱਜਰ ਸੰਭਾਲਣ ਵਾਲੇ ਵੀ ਹੋਣਗੇ। ਇਹ ਗੁੱਜਰ ਨਾਮ ਸਤਜੁਗ ਦਾ ਹੈ, ਕੱਲ ਦੀ ਗੱਲ ਹੈ। ਕੱਲ ਅਸੀਂ ਦੇਵੀ ਦੇਵਤਾ ਧਰਮ ਦੇ ਸੀ, ਫਿਰ ਪਤਿਤ ਬਣੇ, ਆਪਣੇ ਆਪ ਨੂੰ ਹਿੰਦੂ ਕਹਿਲਾ ਦਿੰਦੇ ਹਾਂ। ਪੁੱਛੋ ਤੁਸੀਂ ਆਦਿ ਸਨਾਤਨ ਦੇਵੀ ਦੇਵਤਾ ਧਰਮ ਦੇ ਹੋ ਜਾਂ ਹਿੰਦੂ ਧਰਮ ਦੇ ਹੋ? ਅੱਜ ਕੱਲ ਤਾਂ ਸਭ ਹਿੰਦੂ ਲਿਖ ਦਿੰਦੇ ਨੇ। ਹਿੰਦੂ ਧਰਮ ਕਿਸਨੇ ਸਥਾਪਨ ਕੀਤਾ? ਦੇਵੀ ਦੇਵਤਾ ਧਰਮ ਕਿਸਨੇ ਸਥਾਪਨ ਕੀਤਾ? ਸ਼ਿਵ ਬਾਬਾ ਬ੍ਰਹਮਾ ਦੁਆਰਾ ਕਰ ਰਹੇ ਨੇ। ਰਾਮ ਜਾਂ ਸ਼ਿਵ ਬਾਬਾ ਦੀ ਸ਼ਿਰਮਤ ਤੇ ਆਦਿ ਸਨਾਤਨ ਦੇਵੀ ਦੇਵਤਾ ਧਰਮ ਸਥਾਪਨ ਹੋਇਆ। ਫਿਰ ਰਾਵਣ ਰਾਜ ਸ਼ੁਰੂ ਹੋਇਆ। ਵਿਕਾਰਾਂ ਵਿੱਚ ਜਾਂਦੇ ਨੇ, ਭਗਤੀ ਮਾਰਗ ਸ਼ੁਰੂ ਹੋ ਜਾਂਦਾ ਹੈ। ਹਿੰਦੂ ਕਹਾਣ ਲੱਗ ਜਾਂਦੇ ਨੇ, ਹੁਣ ਆਪਣੇ ਆਪ ਨੂੰ ਕੋਈ ਦੇਵਤਾ ਨਹੀਂ ਕਹਿਲਾ ਸਕਦੇ। ਰਾਵਣ ਨੇ ਵਿਸ਼ੇਸ਼ ਬਣਾਇਆ, ਬਾਪ ਆ ਕੇ ਵਾਇਸਲੈਸ ਬਣਾਉਂਦੇ ਨੇ। ਰਾਵਣ ਨੇ ਵਿਕਾਰੀ ਬਣਾਇਆ ਤਾਂ ਬਾਪ ਆ ਕੇ ਨਿਰਵਿਕਾਰੀ ਬਣਾਉਂਦੇ ਨੇ। ਤੁਸੀਂ ਈਸ਼ਵਰੀ ਮਤ ਨਾਲ ਦੇਵਤਾ ਬਣਦੇ ਹੋ, ਬਾਪ ਆ ਕੇ ਤੁਹਾਨੂੰ ਬ੍ਰਾਹਮਣਾਂ ਨੂੰ ਦੇਵਤਾ ਬਣਾਉਂਦੇ ਨੇ। ਪੌੜੀ ਕਿਵੇਂ ਉਤਰਦੇ ਹੋ ਇਹ ਸਭ ਤੁਹਾਡੇ ਬੱਚਿਆਂ ਦੀ ਬੁੱਧੀ ਵਿੱਚ ਨੰਬਰਵਾਰ ਬੈਠਦਾ ਹੈ, ਤੁਸੀਂ ਜਾਣਦੇ ਹੋ। ਹੋਰ ਸਾਰੇ ਮਨੁੱਖ ਆਸੁਰੀ ਮਤ ਤੇ ਚੱਲ ਰਹੇ ਨੇ, ਤੁਸੀਂ ਈਸ਼ਵਰੀ ਮਤ ਤੇ ਚੱਲ ਰਹੇ ਹੋ। ਰਾਵਣ ਦੀ ਮਤ ਨਾਲ ਪੌੜੀ ਉਤਰਦੇ ਆਏ ਹੋ। 84 ਜਨਮਾਂ ਤੋਂ ਬਾਅਦ ਫਿਰ ਤੋਂ ਪਹਿਲਾ ਨੰਬਰ ਜਨਮ ਹੋਵੇਗਾ। ਈਸ਼ਵਰੀ ਬੁੱਧੀ ਨਾਲ ਤੁਸੀਂ ਸਾਰੇ ਸ੍ਰਿਸ਼ਟੀ ਦੇ ਆਦਿ ਮੱਧ ਅੰਤ ਨੂੰ ਜਾਣਦੇ ਹੋ। ਇਹ ਤੁਹਾਡਾ ਜੀਵਨ ਬੜਾ ਅਮੁੱਲ ਹੈ। ਇਹਨਾਂ ਦੀ ਬਹਾਦਰੀ ਹੈ ਜਦੋਂ ਕਿ ਬਾਪ ਆ ਕੇ ਇਹਨਾਂ ਪਾਵਨ ਬਣਾਉਂਦੇ ਨੇ। ਅਸੀਂ ਰੂਹਾਨੀ ਸੇਵਾ ਦੇ ਲਾਇਕ ਬਣਦੇ ਹਾਂ। ਉਹ ਹੈ ਜਿਸਮਾਨੀ ਸੋਸ਼ਲ ਵਰਕਰ ਜੋ ਦੇਹ ਅਭਿਮਾਨ ਵਿੱਚ ਰਹਿੰਦੇ ਨੇ। ਤੁਸੀਂ ਦੇਹੀ ਅਭਿਮਾਨੀ ਹੋ। ਆਤਮਾਵਾਂ ਨੂੰ ਤਾਂ ਰੂਹਾਨੀ ਯਾਤਰਾ ਤੇ ਲੈ ਜਾਂਦੇ ਨੇ। ਬਾਪ ਸਮਝਾਉਂਦੇ ਨੇ ਕਿ ਤੁਸੀਂ ਸਤੋ ਪ੍ਰਧਾਨ ਸੀ, ਹੁਣ ਤਮੋ ਪ੍ਰਧਾਨ ਬਣੇ ਹੋ। ਸਤੋ ਪ੍ਰਧਾਨ ਨੂੰ ਪਾਵਨ, ਤਮੋ ਪ੍ਰਧਾਨ ਨੂੰ ਪਤਿਤ ਕਿਹਾ ਜਾਂਦਾ ਹੈ। ਆਤਮਾ ਵਿੱਚ ਖਾਦ ਪਈ ਹੋਈ ਹੈ, ਆਤਮਾ ਨੂੰ ਹੀ ਸਤੋ ਪ੍ਰਧਾਨ ਬਣਨਾ ਹੈ। ਜਿੰਨਾ ਯਾਦ ਵਿੱਚ ਰਹੋਗੇ ਉਹਨਾਂ ਪਵਿੱਤਰ ਬਣਾਂਗੇ, ਨਹੀਂ ਤਾਂ ਘੱਟ ਪਵਿੱਤਰ ਬਣਾਂਗੇ। ਪਾਪਾਂ ਦਾ ਬੋਝਾ ਸਿਰ ਤੇ ਰਹਿ ਜਾਏਗਾ। ਆਤਮਾਵਾਂ ਤਾਂ ਸਾਰੀਆਂ ਪਵਿੱਤਰ ਹੁੰਦੀਆਂ ਨੇ। ਫਿਰ ਹਰ ਇੱਕ ਦਾ ਪਾਠ ਵੱਖਰਾ ਵੱਖਰਾ ਹੈ, ਸਭ ਦਾ ਇੱਕ ਤਰ੍ਹਾਂ ਦਾ ਪਾਠ ਹੋ ਨਾ ਸਕੇ। ਸਭ ਤੋਂ ਉੱਚਾ ਪਾਠ ਹੈ ਸ਼ਿਵ ਬਾਬਾ ਦਾ, ਫਿਰ ਬ੍ਰਹਮਾ ਸਰਸਵਤੀ ਦਾ। ਜੋ ਸਥਾਪਨਾ ਕਰਦੇ ਨੇ ਉਹੀ ਪਾਲਣਾ ਕਰਦਾ ਹੈ। ਵੱਡਾ ਪਾਠ ਉਹਨਾਂ ਦਾ ਹੈ। ਪਹਿਲੇ ਹੈ ਸ਼ਿਵ ਬਾਬਾ, ਫਿਰ ਹੈ ਬ੍ਰਹਮਾ ਸਰਸਵਤੀ ਜੋ ਪੁਨਰ ਜਨਮ ਵਿੱਚ ਆਉਂਦੇ ਨੇ। ਸ਼ੰਕਰ ਤਾਂ ਸਿਰਫ ਸੂਖਮ ਰੂਪ ਧਾਰਨ ਕਰਦੇ ਨੇ। ਐਵੇਂ ਨਹੀਂ ਕਿ ਸ਼ੰਕਰ ਕੋਈ ਸਰੀਰ ਦਾ ਲੋਨ ਲੈਂਦੇ ਨੇ। ਕ੍ਰਿਸ਼ਨ ਨੂੰ ਆਪਣਾ ਸਰੀਰ ਹੈ। ਇੱਥੇ ਸਿਰਫ ਸ਼ਿਵ ਬਾਬਾ ਸਰੀਰ ਦਾ ਲੋਨ ਲੈਂਦੇ ਨੇ। ਪਤਿਤ ਸਰੀਰ ਪਤਿਤ ਦੁਨੀਆ ਵਿੱਚ ਆ ਕੇ ਸੇਵਾ ਕਰਦੇ ਨੇ। ਮੁਕਤੀ ਜੀਵਨ ਮੁਕਤੀ ਵਿੱਚ ਲੈ ਜਾਣ ਲਈ ਪਹਿਲੇ ਮੁਕਤੀ ਵਿੱਚ ਜਾਣਾ ਪਵੇ। ਨੌਲੇਜਫੁਲ ਇੱਕ ਬਾਪ ਪਤਿਤ ਪਾਵਨ ਹੈ, ਉਹਨਾਂ ਨੂੰ ਕਹਿੰਦੇ ਨੇ ਸ਼ਿਵ ਬਾਬਾ। ਸ਼ੰਕਰ ਨੂੰ ਬਾਬਾ ਕਹੋ ਤਾਂ ਸ਼ੋਭਦਾ ਹੀ ਨਹੀਂ। ਸ਼ਿਵ ਬਾਬਾ ਅੱਖਰ ਬਹੁਤ ਮਿੱਠਾ ਹੈ। ਸ਼ਿਵ ਦੇ ਉੱਪਰ ਅੱਕ ਚੜਾਉਂਦੇ ਨੇ, ਕੋਈ ਕੁਝ ਚੜਾਉਂਦੇ ਨੇ, ਕਈ ਦੁੱਧ ਵੀ ਚੜਾਉਂਦੇ ਨੇ। ਬਾਪ ਬੱਚਿਆਂ ਨੂੰ ਅਨੇਕ ਤਰ੍ਹਾਂ ਦੀ ਸਮਝਾਣੀ ਦਿੰਦੇ ਨੇ। ਬੱਚਿਆਂ ਨੂੰ ਐਵੇਂ ਸਮਝਾਇਆ ਜਾਂਦਾ ਹੈ ਸਾਰਾ ਮਦਾਰ ਯੋਗ ਤੇ ਹੈ। ਯੋਗ ਨਾਲ ਹੀ ਵਿਕਰਮ ਵਿਨਾਸ਼ ਹੋਣਗੇ। ਯੋਗ ਨਾਲ ਹੀ ਗਿਆਨ ਦੀ ਧਾਰਨਾ ਚੰਗੀ ਹੋਵੇਗੀ।
ਆਪਣੀ ਧਾਰਨਾ ਵਿੱਚ ਚਲਦੇ ਰਹਿਣਗੇ, ਕਿਉਂਕਿ ਫਿਰ ਸੁਣਨਾ ਵੀ ਪੈਂਦਾ ਹੈ। ਇਹ ਹੈ ਨਵੀਂ ਗੱਲ। ਭਗਵਾਨ ਨੇ ਜਿਨ੍ਹਾਂ ਨੂੰ ਡਾਇਰੈਕਟ ਸੁਣਾਇਆ, ਉਹਨਾਂ ਨੇ ਸੁਣਿਆ, ਫਿਰ ਤਾਂ ਇਹ ਗਿਆਨ ਰਹਿੰਦਾ ਹੀ ਨਹੀਂ। ਹੁਣ ਬਾਪ ਜੋ ਤੁਹਾਨੂੰ ਸੁਣਾਉਂਦੇ ਨੇ ਉਹ ਤੁਸੀਂ ਸੁਣਦੇ ਹੋ, ਉਹ ਹੁਣ ਜਾਣਦੇ ਹੋ। ਧਾਰਨਾ ਹੁੰਦੀ ਹੈ, ਫਿਰ ਪ੍ਰਲਬਧ ਦਾ ਪਾਠ ਵਜਾਉਣਾ ਪੈਂਦਾ ਹੈ। ਗਿਆਨ ਸੁਣਨਾ ਸੁਣਾਣਾ ਹੁਣ ਹੀ ਹੁੰਦਾ ਹੈ। ਸਤਜੁਗ ਵਿੱਚ ਇਹ ਪਾਠ ਨਹੀਂ ਹੋਵੇਗਾ, ਉੱਥੇ ਤਾਂ ਹੈ ਪ੍ਰਲਬਧ ਦਾ ਪਾਠ। ਮਨੁੱਖ ਬੈਰਿਸਟਰੀ ਪੜ੍ਹਦੇ ਨੇ, ਫਿਰ ਬੈਰਿਸਟਰ ਬਣ ਕਮਾਉਂਦੇ ਨੇ। ਇੱਥੇ ਕਿੰਨੀ ਵੱਡੀ ਕਮਾਈ ਹੈ, ਇਸ ਨੂੰ ਦੁਨੀਆ ਵਾਲੇ ਨਹੀਂ ਜਾਣਦੇ। ਤੁਸੀਂ ਜਾਣਦੇ ਹੋ ਕਿ ਸੱਚਾ ਬਾਬਾ ਸਾਨੂੰ ਸੱਚੀ ਸੱਚੀ ਕਮਾਈ ਕਰਾ ਰਹੇ ਨੇ। ਇੱਥੇ ਕਿਸੇ ਦਾ ਦਿਵਾਲਾ ਨਿਕਲ ਨਹੀਂ ਸਕਦਾ। ਹੁਣ ਤੁਸੀਂ ਸੱਚ ਦੀ ਕਮਾਈ ਕਰਦੇ ਹੋ, ਉਹ ਫਿਰ 21 ਜਨਮ ਨਾਲ ਰਹਿੰਦੀ ਹੈ। ਉਹ ਕਮਾਈ ਨਾਲ ਨਹੀਂ ਰਹਿੰਦੀ, ਸਾਥ ਨਹੀਂ ਦਿੰਦੀ। ਇਹ ਸਾਥ ਦੇਣ ਵਾਲੀ ਕਮਾਈ ਹੈ। ਅਜਿਹੀ ਕਮਾਈ ਨੂੰ ਕਮਾਉਣਾ ਚਾਹੀਦਾ ਹੈ ਨਾ। ਇਹ ਗੱਲਾਂ ਤੁਹਾਡੇ ਸਿਵਾਏ ਹੋਰ ਕਿਸੇ ਦੀ ਬੁੱਧੀ ਵਿੱਚ ਨਹੀਂ ਹੈ। ਤੁਹਾਡੇ ਵਿੱਚ ਵੀ ਘੜੀ ਘੜੀ ਕਈ ਬੱਚੇ ਭੁੱਲ ਜਾਂਦੇ ਨੇ। ਬਾਪ ਤੇ ਵਰਸੇ ਨੂੰ ਭੁੱਲਣਾ ਨਹੀਂ ਚਾਹੀਦਾ। ਬਸ ਗੱਲ ਇੱਕ ਹੀ ਹੈ, ਬਾਪ ਨੂੰ ਯਾਦ ਕਰੋ ਜਿਸ ਬਾਪ ਤੋਂ 21 ਜਨਮਾਂ ਦਾ ਵਰਸਾ ਮਿਲਦਾ ਹੈ। 21 ਜਨਮਾਂ ਦੇ ਲਈ ਨਿਰੋਗੀ ਕਾਇਆ ਰਹਿੰਦੀ ਹੈ। ਬੁਢਾਪੇ ਤੱਕ ਅਕਾਲੇ ਮੌਤ ਨਹੀਂ ਹੁੰਦੀ। ਬੱਚਿਆਂ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਬਾਪ ਦੀ ਯਾਦ ਹੈ ਮੁੱਖ, ਇਸ ਵਿੱਚ ਹੀ ਮਾਇਆ ਵਿਘਨ ਪਾਉਂਦੀ ਹੈ, ਤੂਫਾਨ ਲਿਆਂਦੀ ਹੈ। ਕਈ ਤਰ੍ਹਾਂ ਦੇ ਤੂਫਾਨ ਆਉਂਦੇ ਰਹਿੰਦੇ ਨੇ। ਤੁਸੀਂ ਕਹੋਗੇ ਬਾਪ ਨੂੰ ਯਾਦ ਕਰਾਂ, ਪਰ ਕਰ ਨਹੀਂ ਸਕੋਗੇ। ਯਾਦ ਵਿੱਚ ਬਹੁਤ ਬੱਚੇ ਫੇਲ ਹੁੰਦੇ ਰਹਿੰਦੇ ਨੇ। ਯੋਗ ਦੀ ਬਹੁਤਿਆਂ ਵਿੱਚ ਕਮੀ ਹੈ। ਜਿੰਨਾ ਹੋ ਸਕੇ ਯੋਗ ਵਿੱਚ ਮਜ਼ਬੂਤ ਹੋਣਾ ਚਾਹੀਦਾ ਹੈ। ਬਾਕੀ ਬੀਜ ਤੇ ਝਾੜ ਦਾ ਗਿਆਨ ਕੋਈ ਵੱਡੀ ਗੱਲ ਨਹੀਂ ਹੈ। ਬਾਪ ਕਹਿੰਦੇ ਨੇ ਸਿਰਫ ਮੈਨੂੰ ਯਾਦ ਕਰੋ। ਮੈਨੂੰ ਯਾਦ ਕਰਨ ਨਾਲ, ਮੈਨੂੰ ਜਾਣਨ ਨਾਲ ਤੁਸੀਂ ਸਭ ਕੁਝ ਜਾਣ ਜਾਓਗੇ। ਯਾਦ ਵਿੱਚ ਸਭ ਕੁਝ ਭਰਿਆ ਹੋਇਆ ਹੈ। ਸਵੀਟ ਬਾਬਾ, ਸ਼ਿਵ ਬਾਬਾ, ਉਸ ਨੂੰ ਯਾਦ ਕਰਨਾ ਹੈ। ਉੱਚੇ ਤੇ ਉੱਚਾ ਹੈ ਭਗਵਾਨ। ਸ੍ਰੇਸ਼ਟ ਤੇ ਸ੍ਰੇਸ਼ਟ, ਉੱਚਾ ਹੈ ਤੇ ਉੱਚੇ ਤੇ ਉੱਚਾ ਵਰਸਾ ਦਿੰਦੇ ਨੇ 21 ਜਨਮਾਂ ਦੇ ਲਈ। ਸਦਾ ਸੁਖੀ ਅਮਰ ਬਣਾਉਂਦੇ ਨੇ। ਤੁਸੀਂ ਅਮਰਪੁਰੀ ਦਾ ਮਾਲਿਕ ਬਣਦੇ ਹੋ। ਤਾਂ ਅਜਿਹੇ ਬਾਪ ਨੂੰ ਬੜੇ ਪਿਆਰ ਨਾਲ ਯਾਦ ਕਰਨਾ ਚਾਹੀਦਾ ਹੈ। ਬਾਪ ਨੂੰ ਯਾਦ ਨਹੀਂ ਕਰੋਗੇ ਤਾਂ ਹੋਰ ਸਭ ਕੁਝ ਯਾਦ ਆਂਦਾ ਰਹੇਗਾ। ਅੱਛਾ ਮਿੱਠੇ ਮਿੱਠੇ ਸਿਕਿਲ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ ਹੈ, ਇਹ ਈਸ਼ਵਰੀय ਜੀਵਨ ਬਹੁਤ ਬਹੁਤ ਅਮੁੱਲਿਆ ਹੈ। ਇਸ ਜੀਵਨ ਵਿੱਚ ਆਤਮਾ ਤੇ ਸਰੀਰ ਦੋਨਾਂ ਨੂੰ ਪਾਵਨ ਬਣਾਉਣਾ ਹੈ। ਰੂਹਾਨੀ ਯਾਤਰਾ ਵਿੱਚ ਰਹਿ ਕੇ ਦੂਜਿਆਂ ਨੂੰ ਵੀ ਇਹੀ ਯਾਤਰਾ ਸਿਖਾਣੀ ਹੈ। ਦੂਜਾ, ਜਿੰਨਾ ਹੋ ਸਕੇ ਸੱਚ ਦੀ ਕਮਾਈ ਵਿੱਚ ਲੱਗ ਜਾਣਾ ਹੈ। ਨਿਰੋਗੀ ਬਣਨ ਦੇ ਲਈ ਯਾਦ ਵਿੱਚ ਮਜ਼ਬੂਤ ਹੋਣਾ ਹੈ। ਵਰਦਾਨ ਹੈ, ਮਾਸਟਰ ਨੌਲੇਜਫੁਲ ਬਣ। ਅਣਜਾਣ ਪਨੇ ਨੂੰ ਖਤਮ ਕਰਨ ਵਾਲੇ ਗਿਆਨ ਸਰੂਪ ਯੋਗ ਯੁਕਤ ਭਵ। ਮਾਸਟਰ ਨੌਲੇਜਫੁਲ ਬਣ। ਅਣਜਾਣ ਪਨੇ ਨੂੰ ਖਤਮ ਕਰਨ ਵਾਲੇ ਗਿਆਨ ਸਰੂਪ ਯੋਗ ਯੁਕਤ ਭਵ। ਮਾਸਟਰ ਨੌਲੇਜਫੁਲ ਬਣਨ ਵਾਲਿਆਂ ਵਿੱਚ ਕਿਸੇ ਵੀ ਤਰ੍ਹਾਂ ਦਾ ਅਣਜਾਣਪਨਾ ਨਹੀਂ ਰਹਿੰਦਾ। ਉਹ ਐਵੇਂ ਕਹਿ ਕੇ ਆਪਣੇ ਆਪ ਨੂੰ ਛੁਡਾ ਨਹੀਂ ਸਕਦੇ ਕਿ ਇਸ ਗੱਲ ਦਾ ਤਾਂ ਸਾਨੂੰ ਪਤਾ ਹੀ ਨਹੀਂ ਸੀ। ਗਿਆਨ ਸਰੂਪ ਬੱਚੀਆਂ ਕਿਸੇ ਵੀ ਗੱਲ ਦਾ ਅਗਿਆਨ ਨਹੀਂ ਰਹਿ ਸਕਦਾ। ਜੋ ਯੋਗ ਯੁਕਤ ਨੇ ਉਹਨਾਂ ਨੂੰ ਅਨੁਭਵ ਹੁੰਦਾ ਹੈ, ਜਿਵੇਂ ਕਿ ਪਹਿਲੇ ਤੋਂ ਹੀ ਸਭ ਕੁਝ ਜਾਣਦੇ ਨੇ। ਉਹ ਇਹ ਜਾਣਦੇ ਨੇ ਕਿ ਮਾਇਆ ਦੀ ਛਮਛਮ ਰਿਮਝਿਮ ਘੱਟ ਨਹੀਂ ਹੈ। ਮਾਇਆ ਵੀ ਬੜੀ ਰੌਣਕਦਾਰ ਹੈ, ਇਸ ਲਈ ਉਸ ਤੋਂ ਬਚ ਕੇ ਰਹਿਣਾ ਹੈ। ਜੋ ਸਾਰੇ ਰੂਪਾਂ ਨਾਲ ਮਾਇਆ ਦੀ ਨੌਲੇਜ ਨੂੰ ਸਮਝ ਗਏ, ਉਹਨਾਂ ਦੇ ਲਈ ਹਾਰ ਖਾਣਾ ਅਸੰਭਵ ਹੈ। ਸਲੋਗਨ ਹੈ, ਜੋ ਸਦਾ ਪ੍ਰਸੰਨ ਚਿੱਤ ਨੇ ਉਹ ਕਦੇ ਪ੍ਰਸ਼ਨ ਚਿੱਤ ਨਹੀਂ ਹੋ ਸਕਦੇ। ਜੋ ਸਦਾ ਪ੍ਰਸੰਨ ਚਿੱਤ ਖੁਸ਼ ਰਹਿੰਦੇ ਨੇ ਉਹ ਕਦੇ ਪ੍ਰਸ਼ਨ ਚਿੱਤ ਨਹੀਂ ਹੋ ਸਕਦੇ। ਅੱਛਾ, ਓਮ ਸ਼ਾਂਤੀ।